गुड मॉर्निंग स्टूडेंट्स। ਅੱਜ ਅਸੀਂ ਕਰਨਾ ਵਾ ਕਲਾਸ 10th ਦਾ ਵੈਲਕਮ ਲਾਈਵ ਪਾਰਟ 6 ਸੰਤੁਲਿਤ ਭਾਵਕ ਵਿਕਾਸ। ਪਿਆਰੇ ਵਿਦਿਆਰਥੀਓ, ਜੇ ਕਦੇ-ਕਦੇ ਤੁਹਾਨੂੰ ਕੁਝ ਸੋਚ ਕੇ ਉਦਾਸੀ, ਡਰ, ਘਬਰਾਹਟ ਅਤੇ ਬੇਚੈਨੀ ਹੁੰਦੀ ਹੈ ਜਾਂ ਕਦੇ-ਕਦੇ ਗੁੱਸਾ, ਈਰਖਾ ਜਾਂ ਸਾੜਾ ਆਉਂਦਾ ਵੀ ਹੈ ਤਾਂ ਇਹ ਇੱਕ ਸਧਾਰਨ ਗੱਲ ਹੈ। ਪਰੰਤੂ ਜੇ ਅਕਸਰ ਹੀ ਅਜਿਹਾ ਰਹਿੰਦਾ ਹੈ ਤਾਂ ਇਹਨਾਂ ਭਾਵਨਾਵਾਂ ਉੱਪਰ ਕਾਬੂ ਪਾਉਣਾ ਅਤੀ ਜ਼ਰੂਰੀ ਹੈ। ਜੇ ਸਾਡੀਆਂ ਭਾਵਨਾਵਾਂ ਕਾਬੂ ਤੋਂ ਬਾਹਰ ਹੋ ਜਾਣ ਤਾਂ ਇਹ ਨੁਕਸਾਨ ਵੀ ਕਰ ਸਕਦੀਆਂ ਹਨ ਅਤੇ ਸਾਡੀ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ, ਪਰਿਵਾਰਿਕ ਸੰਬੰਧ ਅਤੇ ਸਮਾਜਿਕ ਰਿਸ਼ਤਿਆਂ ਉੱਪਰ ਵੀ ਬੁਰਾ ਪ੍ਰਭਾਵ ਪਾਉਂਦੀਆਂ ਹਨ। ਇਸ ਲਈ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨਾ ਸਿੱਖਣਾ ਚਾਹੀਦਾ ਹੈ ਤਾਂ ਕਿ ਅਸੀਂ ਸੰਵੇਦਨਾਵਾਂ ਦੇ ਹੜ੍ਹ ਵਿੱਚ ਬਹਿ ਕੇ ਅਤੇ ਭਾਵੁਕ ਹੋ ਕੇ ਕੋਈ ਵੱਡੀ ਗਲਤੀ ਨਾ ਕਰ ਬੈਠੀਏ ਕਿ ਬਾਅਦ ਵਿੱਚ ਪਛਤਾਉਣਾ ਪੈ ਜਾਵੇ। ਤਾਂ ਦੇਖੋ ਰਾਜੇ, ਇਹ 'ਚ ਤੁਹਾਨੂੰ ਦੱਸਿਆ ਗਾ ਕਿ ਅਗਰ ਉਦਾਸੀ, ਡਰ, ਘਬਰਾਹਟ, ਬੇਚੈਨੀ, ਗੁੱਸਾ, ਈਰਖਾ, ਸਾੜਾ ਇਹ ਸਾਡੇ ਕਿ ਡੇਲੀ ਜ਼ਿੰਦਗੀ ਦਾ ਇੱਕ ਪਾਰਟ ਹੈ। ਬਟ ਅਗਰ ਇਹ ਕਦੇ-ਕਦੇ ਹੁੰਦਾ ਤਾਂ ਇੱਕ ਸਧਾਰਨ ਗੱਲ ਹੈ, ਠੀਕ ਹੈ। ਪਰ ਅਗਰ ਤੁਹਾਡਾ ਸੁਭਾਅ ਹਰ ਵੇਲੇ ਹੀ ਗੁੱਸਾ, ਈਰਖਾ, ਸਾੜਾ, ਠੀਕ ਹੈ, ਐਵੇਂ ਦੇ ਸੁਭਾਅ ਤੁਹਾਡਾ ਹੁੰਦਾ ਹੈ ਤਾਂ ਉਹ ਇੱਕ ਕੀ ਹੈਗੀ ਬੁਰੀ ਗੱਲ ਹੈ, ਮਾਨਸਿਕ ਤੌਰ 'ਤੇ ਵੀ ਅਤੇ ਸਰੀਰਕ ਤੌਰ 'ਤੇ ਵੀ। ਤਾਂ ਇਸ ਤਰ੍ਹਾਂ ਦੇ ਸੁਭਾਅ ਨੂੰ ਕਿ ਤੁਸੀਂ ਕਾਬੂ ਵਿੱਚ ਰੱਖਣਾ ਹੈ ਜਿਹੀਆਂ ਭਾਵਨਾਵਾਂ ਨੂੰ, ਤਾਂ ਉਹ ਤੁਸੀਂ ਕੀ ਹੈਗੇ ਅੱਗੇ ਪਾਠ ਦੇ ਵਿੱਚ ਦੇਖਾਂਗੇ ਤੁਸੀਂ ਉਹਨਾਂ ਭਾਵਨਾਵਾਂ ਨੂੰ ਆਪਣੇ ਕਾਬੂ ਵਿੱਚ ਕਿਵੇਂ ਰੱਖ ਸਕਦੇ ਹੋ। ਸਵੈ ਪੜਚੋਲ ਕਰਕੇ ਆਪਣੇ ਜਜ਼ਬਾਤਾਂ ਨੂੰ ਸਮਝ ਕੇ ਅਤੇ ਇਹਨਾਂ ਨੂੰ ਸਕਾਰਾਤਮਕ ਸੇਧ ਦੇ ਕੇ ਅਸੀਂ ਸੂਝਵਾਨ ਅਤੇ ਸਫਲ ਵਿਦਿਆਰਥੀ ਬਣ ਸਕਦੇ ਹਾਂ, ਕਿਉਂਕਿ ਭਾਵਨਾਵਾਂ ਦਾ ਸੰਤੁਲਨ ਸਾਡੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਤਾਂ ਦੇਖੋ ਤੁਸੀਂ ਸਵੈ ਪੜਚੋਲ ਕਰਕੇ ਮਤਲਬ ਤੁਹਾਨੂੰ ਕਿਸੇ ਗੱਲ 'ਤੇ ਗੁੱਸਾ ਆਇਆ, ਮੰਨ ਲਓ ਕਿਸੇ ਨੂੰ ਆਪਣੇ ਦੋਸਤ ਦੇ ਉੱਪਰ ਗੁੱਸਾ ਆਉਂਦਾ ਤਾਂ ਸਵੈ ਪੜਚੋਲ ਤਾਂ ਤੁਸੀਂ ਕੀ ਹੈਗੇ ਆਪਣੇ ਆਪ ਨੂੰ ਫਰੋਲੋਗੇ, ਦੇਖੋਗੇ ਵੀ ਉਸ ਗੱਲ ਦੇ ਵਿੱਚ ਤੁਹਾਡੀ ਕਿੰਨੀ ਗਲਤੀ ਸੀ ਅਤੇ ਦੂਜੇ ਵਿਅਕਤੀ ਦੀ ਕਿੰਨੀ ਗਲਤੀ ਸੀ, ਠੀਕ ਹੈ। ਤਾਂ ਫਿਰ ਤੁਸੀਂ ਕੀ ਹੈ ਉਸ ਨੂੰ ਸਵੈ ਪੜਚੋਲ ਕਰਕੇ ਜਾਂ ਮਤਲਬ ਆਪਣੇ ਆਪ ਨੂੰ ਪਹਿਚਾਣ ਕੇ ਉਸ ਚੀਜ਼ ਇਹਨਾਂ ਜਜ਼ਬਾਤਾਂ 'ਤੇ ਕੀ ਹੈ ਕੰਟਰੋਲ ਕਰ ਸਕਦੇ ਹੋ। ਸਾਡੀ ਸਰੀਰਕ ਤੰਦਰੁਸਤੀ, ਮਾਨਸਿਕ ਸਿਹਤ, ਪਰਿਵਾਰਿਕ ਸੰਬੰਧ ਅਤੇ ਸਮਾਜਿਕ ਰਿਸ਼ਤੇ ਸਭ ਸਾਡੀਆਂ ਸੰਵੇਦਨਾਵਾਂ ਦੇ ਸੰਤੁਲਨ ਨਾਲ ਜੁੜੇ ਹੋਏ ਹਨ। ਤਾਂ ਅਗਰ ਜ਼ਿਆਦਾ ਗੁੱਸਾ, ਜ਼ਿਆਦਾ ਈਰਖਾ, ਸਾੜਾ ਹੁੰਦਾ ਤਾਂ ਉਹਦੇ ਨਾਲ ਕੀ ਸਰੀਰਕ ਤੰਦਰੁਸਤੀ ਵੀ ਪ੍ਰਭਾਵਿਤ ਹੁੰਦੀ ਹੈ, ਮਾਨਸਿਕ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ, ਠੀਕ ਹੈ। ਸਾਰਾ ਦਿਨ ਗੁੱਸਾ, ਚਿੜਚਿੜਾ ਸੁਭਾਅ ਬਣਿਆ ਰਹਿੰਦਾ ਹੈ। ਪਰਿਵਾਰਿਕ ਸੰਬੰਧ ਵੀ ਕੀ ਹੈ ਖਰਾਬ ਹੁੰਦੇ ਆ, ਸਮਾਜਿਕ ਰਿਸ਼ਤੇ, ਤੁਹਾਡੇ ਦੋਸਤ, ਮਿੱਤਰ, ਗੁਆਂਢੀ ਵੀ ਕੀ ਹੈ ਤੁਹਾਡੇ ਇਸ ਸੁਭਾਅ ਤੋਂ ਕੀ ਹੈ ਪ੍ਰਭਾਵਿਤ ਹੁੰਦੇ ਹਨ। ਤਾਂ ਤੁਹਾਨੂੰ ਇੱਥੇ ਫਲੋ ਚਾਰਟ ਬਣਾ ਕੇ ਦੱਸਿਆ ਗਿਆ ਕਿ ਪੋਜ਼ੀਟਿਵ, ਠੀਕ ਹੈ, ਪੋਜ਼ੀਟਿਵ ਭਾਵਨਾਵਾਂ ਅਤੇ ਕਿ ਨੈਗੇਟਿਵ ਇਮੋਸ਼ਨਸ ਕੀ ਹੁੰਦੇ ਆ। ਪੋਜ਼ੀਟਿਵ ਇਮੋਸ਼ਨਸ ਦੇ ਵਿੱਚ ਦੇਖੋ ਖੁਸ਼ੀ, ਮਾਣ, ਭਰੋਸਾ, ਆਸ, ਪਿਆਰ, ਹਮਦਰਦੀ ਇਹ ਸਾਰੇ ਕੀ ਹੈਗੇ ਪੋਜ਼ੀਟਿਵ ਆ ਗਏ। ਨੈਗੇਟਿਵ ਜਿਨ੍ਹਾਂ ਨੂੰ ਤੁਸੀਂ ਕੀ ਹੈਗੇ ਘੱਟ ਤੋਂ ਜਿੰਨੀ ਜਲਦੀ ਹੋ ਸਕੇ ਆਪਣੇ ਤੋਂ ਦੂਰ ਰੱਖਣਾ ਗਾ, ਉਹ ਭਾਵਨਾਵਾਂ ਜਿਨ੍ਹਾਂ ਨੂੰ ਤੁਸੀਂ ਕੀ ਹੈਗਾ ਕਾਬੂ ਦੇ ਵਿੱਚ ਰੱਖਣਾ ਗਾ, ਉਹ ਹੈਗੀਆਂ ਉਦਾਸੀ, ਪਛਤਾਵਾ, ਸ਼ਰਮਿੰਦਗੀ, ਈਰਖਾ, ਸਾੜਾ, ਬੇਚੈਨੀ, ਡਰ, ਨਿਰਾਸ਼ਾ, ਗੁੱਸਾ, ਨਾਰਾਜ਼ਗੀ। ਤਾਂ ਇਹ ਸਾਰੀਆਂ ਭਾਵਨਾਵਾਂ ਕੀ ਹੈਗੀਆਂ ਨੈਗੇਟਿਵ ਹੁੰਦੀਆਂ ਹੈਗੀਆਂ। ਤਾਂ ਦੇਖੋ ਹੁਣ ਤੁਸੀਂ ਤੁਹਾਨੂੰ ਥੋੜ੍ਹੀ ਜਿਹੀ ਇਹ ਗਤੀਵਿਧੀ ਐਕਟੀਵਿਟੀ ਦਿੱਤੀ ਹੈਗੀ ਤਾਂ ਆਪਣੀ ਕਲਾਸ ਦੇ ਸਾਰੇ ਬੱਚਿਆਂ ਦੇ ਤੁਸੀਂ 2 ਗਰੁੱਪ ਬਣਾਉਣੇ ਆ। ਗਰੁੱਪ ਬਣਾਉਣੇ ਕਿਵੇਂ ਆ, ਜਿਨ੍ਹਾਂ ਦਾ ਰੋਲ ਨੰਬਰ ਕੀ ਹੈਗਾ ਟਾਂਕ ਸੰਖਿਆ ਵਾਲਾ ਗਾ, ਓਡ ਨੰਬਰ ਜਿਵੇਂ 1 3 5, ਠੀਕ ਹੈ। ਅਤੇ ਇੱਕ ਗਰੁੱਪ ਬਣਾਉਣਾ ਗਾ, ਉਹ ਸਾਰੇ ਬੱਚੇ ਉਸ ਗਰੁੱਪ ਦੇ ਵਿੱਚ ਹੋਣਗੇ ਜਿਨ੍ਹਾਂ ਦਾ ਰੋਲ ਨੰਬਰ ਕੀ ਹੈਗਾ ਈਵਨ ਹੈ। ਤਾਂ ਕੁਛ ਕੁ ਕੁਐਸਚਨ ਦਿੱਤੇ ਆ ਤੁਹਾਨੂੰ, ਠੀਕ ਹੈ। ਆਪਣੀ ਖੁਸ਼ੀ ਦੀ ਭਾਵਨਾ ਦਾ ਪ੍ਰਗਟਾਵਾ, ਤਾਂ ਪਹਿਲਾ ਗਰੁੱਪ ਉਹਨੂੰ ਕਿ ਐਕਟਿੰਗ ਦੇ ਤੌਰ 'ਤੇ ਐਕਟਿੰਗ ਕਰਕੇ ਦਿਖਾਊਗਾ ਕੋਈ ਵੀ ਇੱਕ ਮੈਂਬਰ ਕਿ ਉਹ ਆਪਣੀ ਖੁਸ਼ੀ ਦੀ ਭਾਵਨਾ ਦਾ ਪ੍ਰਗਟਾਵਾ ਕਿਵੇਂ ਕਰਦਾ ਹੈ। ਤਾਂ ਦੂਜਾ ਗਰੁੱਪ ਦੇ ਲਈ ਕੀ ਕੰਮ ਹੈ, ਆਪਣੇ ਗੁੱਸੇ ਦੀ ਭਾਵਨਾ ਦਾ ਪ੍ਰਗਟਾਵਾ। ਤਾਂ ਦੂਜੇ ਗਰੁੱਪ ਦਾ ਕੋਈ ਵੀ ਇੱਕ ਮੈਂਬਰ ਇਹਨੂੰ ਕਿਹਾ ਐਕਟੀਵਿਟੀ ਐਕਟਿੰਗ ਕਰਕੇ, ਠੀਕ ਹੈ, ਤਾਂ ਇਸ ਨੂੰ ਕੀ ਹੈਗਾ ਉਹਦਾ ਪ੍ਰਗਟਾਵਾ ਕਰਕੇ ਦਿਖਾਊਗਾ। ਤਾਂ ਐਵੇਂ ਹੀ ਤੁਹਾਨੂੰ ਅੱਗੇ ਕੁਐਸਚਨ ਦਿੱਤੇ ਸ਼ੁਕਰੀਆ, ਧੰਨਵਾਦ ਕਰਨ ਦੀ ਭਾਵਨਾ ਦਾ ਪ੍ਰਗਟਾਵਾ ਕਿਵੇਂ ਕਰੋਗੇ, ਮਾफ़ੀ ਮੰਗਣ ਦੀ ਭਾਵਨਾ ਦਾ ਪ੍ਰਗਟਾਵਾ ਕਿਵੇਂ ਕਰੋਗੇ, ਠੀਕ ਹੈ, ਆਪਣੇ ਡਰ ਦੀ ਭਾਵਨਾ ਦਾ ਪ੍ਰਗਟਾਵਾ ਕਿਵੇਂ ਕਰੋਗੇ, ਆਪਣੀ ਹਮਦਰਦੀ ਦੀ ਭਾਵਨਾ ਦਾ ਪ੍ਰਗਟਾਵਾ ਕਿਵੇਂ ਕਰੋਗੇ। ਤਾਂ ਇਹ ਇੱਕ ਚਾਰਟ ਬਣਿਆ ਗਾ, ਕਲਾਸ ਦੇ ਵਿੱਚ ਗਤੀਵਿਧੀ ਕਰਨੀ ਹੈ। ਤਾਂ ਇਹ ਤੁਸੀਂ ਦੇਖਣਾ ਗਾ ਦੋਨਾਂ ਗਰੁੱਪਸ ਦੇ ਵਿੱਚੋਂ ਕਿਹੜਾ ਗਰੁੱਪ ਕੀ ਹੈਗਾ ਵਧੀਆ ਕੀ ਹੈਗਾ ਇਸ ਚੀਜ਼ ਨੂੰ ਪ੍ਰਗਟਾ ਸਕਦਾ ਹੈ। ਮੇਰੀ ਭਾਵਨਾਵਾਂ ਦੀ ਸੂਝ, ਤਾਂ ਇਹ ਕੰਮ ਤੁਸੀਂ ਆਪਣੇ ਵੱਲੋਂ ਕਰਨਾ ਗਾ। ਮੇਰਾ ਨਾਮ ਫਸਟ ਕਾਲਮ 'ਚ ਤੁਸੀਂ ਆਪਣਾ ਨਾਮ ਲਿਖਣਾ ਹੈ। ਅਗਰ ਕੀ ਹੈਗੇ ਵੈਸੇ ਆਪਣੀ ਬੁੱਕ ਦੇ ਉੱਪਰ ਲਿਖੋਗੇ ਜਾਂ ਫਿਰ ਆਪਣਾ ਕੀ ਹੈ ਬ੍ਰੈਕਟ ਦੇ ਵਿੱਚ ਰੋਲ ਨੰਬਰ ਵੀ ਲਿਖ ਸਕਦੇ ਹੋ। ਮੈਨੂੰ ਖੁਸ਼ੀ ਹੁੰਦੀ ਹੈ ਜਦੋਂ,
ਤਾਂ ਤੁਸੀਂ ਕੋਈ ਵੀ ਆਪਣੀ ਜ਼ਿੰਦਗੀ ਦਾ ਪੂਰੇ ਦਿਨ ਦੇ ਵਿੱਚੋਂ ਕੋਈ ਵੀ ਉਹ ਕੰਮ ਲਿਖਣਾ ਹੈ ਜੋ ਕੰਮ ਜਾਂ ਜੋ ਗੱਲ ਤੁਹਾਨੂੰ ਕੀ ਖੁਸ਼ੀ ਦਿੰਦੀ ਹੈ। ਠੀਕ ਹੈ, ਫੋਰ ਐਗਜ਼ਾਮਪਲ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਕਿਸੇ ਦੀ ਮਦਦ ਕਰਦਾ। ਠੀਕ ਹੈ, ਤੁਸੀਂ ਆਪਣੇ ਅਕੋਰਡਿੰਗ ਇਹਨੂੰ ਲਿਖਣਾ ਗਾ। ਮੈਨੂੰ ਦੁੱਖ ਹੁੰਦਾ ਹੈ ਜਦੋਂ, ਤਾਂ ਫੋਰ ਐਗਜ਼ਾਮਪਲ ਇਹਦਾ ਕੀ ਲਿਖ ਸਕਦੇ, ਮੈਨੂੰ ਦੁੱਖ ਹੁੰਦਾ ਹੈ ਜਦੋਂ ਸਮਾਜ ਵਿੱਚ ਕੋਈ ਬੁਰੀ ਘਟਨਾ ਵਾਪਰਦੀ ਹੈ। ਤਾਂ ਇਹਦੇ 'ਚ ਦੇਖੋ ਤੁਸੀਂ ਅੱਗੇ ਐਵੇਂ ਲਿਖਣਾ ਗਾ ਆਪਣੇ ਅਕੋਰਡਿੰਗ, ਤੁਹਾਨੂੰ ਖੁਸ਼ੀ ਕਦੋਂ ਹੁੰਦੀ ਹੈ, ਤੁਹਾਨੂੰ ਦੁੱਖ ਕਦੋਂ ਹੁੰਦਾ ਹੈ। ਠੀਕ ਹੈ, ਤੁਹਾਨੂੰ ਡਰ ਕਦੋਂ ਲੱਗਦਾ ਹੈ, ਮੈਨੂੰ ਨਫ਼ਰਤ ਹੁੰਦੀ ਹੈ ਜਦੋਂ, ਮੈਨੂੰ ਮਾਣ ਹੁੰਦਾ ਹੈ ਜਦੋਂ। ਮਾਣ ਤਾਂ ਦੇਖੋ ਕਦੋਂ ਹੁੰਦਾ, ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ, ਸਾਨੂੰ ਕੋਈ ਕੀ ਹੈਗੀ ਸਾਡੀ ਕੋਈ ਸ਼ਲਾਘਾ ਕਰਦਾ ਜਾਂ ਸਿਫਤ ਕਰਦਾ ਹੈ। ਮੈਨੂੰ ਨਿਰਾਸ਼ਾ ਹੁੰਦੀ ਹੈ, ਮੈਨੂੰ ਹਮਦਰਦੀ ਹੁੰਦੀ ਹੈ ਜਦੋਂ, ਮੈਨੂੰ ਭਰੋਸਾ ਵੱਜਦਾ ਹੈ ਜਦੋਂ। ਤਾਂ ਇਹ ਸਾਰੇ ਤੁਸੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ, ਤੁਹਾਨੂੰ ਇਹ ਭਾਵਨਾਵਾਂ ਕਦੋਂ ਮਹਿਸੂਸ ਹੁੰਦੀਆਂ ਤਾਂ ਤੁਸੀਂ ਕਿ ਆਪਣੀ ਬੁੱਕ ਦੇ ਵਿੱਚ ਇਹ ਵਾਲੇ ਕਾਲਮ ਫਿਲ ਕਰਨੇ ਆ। ਭਾਵਨਾਵਾਂ ਦਾ ਸਹੀ ਪ੍ਰਗਟਾਵਾ, ਤਾਂ ਇੱਥੇ ਦੇਖੋ ਤੁਹਾਨੂੰ ਇੱਕ ਕਾਲਮ ਬਣਿਆ ਗਾ। ਠੀਕ ਹੈ, ਫਸਟ ਹੈਗਾ ਪੋਜ਼ੀਟਿਵ ਇਮੋਸ਼ਨਸ, ਪੋਜ਼ੀਟਿਵ ਭਾਵਨਾਵਾਂ ਜੋ ਤੁਹਾਨੂੰ ਦਿੱਤੀਆਂ ਗਈਆਂ ਜਿਵੇਂ ਖੁਸ਼ੀ, ਮਾਣ, ਭਰੋਸਾ, ਵਿਸ਼ਵਾਸ, ਆਸ਼ਾਵਾਦ, ਪਿਆਰ, ਹਮਦਰਦੀ, ਸ਼ੁਕਰਗੁਜ਼ਾਰੀ। ਤਾਂ ਇਹ ਜਿਹੜਾ ਕਾਲਮ ਖਾਲੀ ਹੈ ਇਹਦੇ ਵਿੱਚ ਤੁਸੀਂ ਲਿਖਣਾ ਗਾ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਿਵੇਂ ਕਰਦੇ ਹੋ। ਠੀਕ ਹੈ, ਤਾਂ ਉਹ ਤੁਸੀਂ ਖੁਦ ਲਿਖੋਗੇ ਵੀ ਤੁਸੀਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਦੂਜੇ ਦੇ ਸਾਹਮਣੇ ਕਿਵੇਂ ਕਰਦੇ ਹੋ ਫਸਟ ਕਾਲਮ ਦੇ ਵਿੱਚ। ਅਤੇ ਉਹਦੇ ਨਾਲ ਹੀ ਤੁਹਾਨੂੰ ਇੱਕ ਹੋਰ ਕਾਲਮ ਦਿੱਤਾ, ਆਪਣੀ ਭਾਵਨਾ ਨੂੰ ਸਹੀ ਢੰਗ ਨਾਲ ਪ੍ਰਗਟ ਕਰਨ ਸਮੇਂ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ। ਤਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਜਦੋਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋ ਤਾਂ ਉਸ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੋਗੇ, ਹੋਰ ਚੰਗੇ ਕੰਮ ਕਰੀਏ। ਠੀਕ ਹੈ, ਆਪਣੀ ਖੁਸ਼ੀ ਦੂਜਿਆਂ ਨਾਲ ਸਾਂਝੀ ਕਰੀਏ, ਦੂਜਿਆਂ ਦੀ ਬਿਹਤਰੀ ਲਈ ਕੰਮ ਕਰੀਏ। ਤਾਂ ਤੁਸੀਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਿਸੇ ਵੀ ਤਰ੍ਹਾਂ ਕਰਦੇ ਹੋ। ਠੀਕ ਹੈ, ਇੱਥੇ ਲਿਖਣਾ ਗਾ। ਜੋ ਤੋਂ ਬਾਅਦ ਤੁਸੀਂ ਕਿ ਅੱਗੇ ਤੋਂ ਅਗਰ ਖੁਸ਼ੀ ਦਾ ਪ੍ਰਗਟਾਵਾ ਕਰਨਾ ਤਾਂ ਇਹਨਾਂ ਸਾਰੀਆਂ 3 ਗੱਲਾਂ ਦਾ ਕੀ ਹੈਗਾ ਧਿਆਨ ਰੱਖਣਾ ਗਾ। ਮਾਣ, ਤੁਹਾਨੂੰ ਮਾਣ ਕਿਸੇ ਗੱਲ ਦਾ ਹੁੰਦਾ ਤਾਂ ਉਸ ਦਾ ਪ੍ਰਗਟਾਵਾ ਕਿਵੇਂ ਕਰਦੇ ਹੋ, ਬਟ ਤੁਸੀਂ ਇਹ ਦੂਜੇ ਕਾਲਮ ਦੇ 3 ਗੱਲਾਂ ਦਾ ਵੀ ਧਿਆਨ ਰੱਖਣਾ ਗਾ। ਨਿਮਰਤਾ ਨਾਲ, ਹਲੀਮੀ ਵਿੱਚ ਰਹੀਏ। ਠੀਕ ਹੈ, ਮਤਲਬ ਜ਼ਿਆਦਾ ਹੰਕਾਰ ਨਾ ਕਰੀਏ, ਚੰਗਿਆਈ ਦੇ ਰਸਤੇ ਉੱਪਰ ਚੱਲਦੇ ਰਹੀਏ। ਇਹ ਨਹੀਂ ਮਤਲਬ ਆਪਾਂ ਨੂੰ ਕੋਈ ਕਿਸੇ ਗੱਲ ਦਾ ਇੱਕ ਵਾਰ ਮਾਣ ਹੋਇਆ ਤਾਂ ਅਸੀਂ ਉਹਦੇ 'ਚ ਕੀ ਹੈਗੇ ਹੰਕਾਰ ਜਾਈਏ। ਠੀਕ ਹੈ, ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਗਾ। ਭਰੋਸਾ, ਵਿਸ਼ਵਾਸ, ਤਾਂ ਇਹਦੇ 'ਚ ਤੁਸੀਂ ਕਾਲਮ ਲਿਖੋਗੇ ਵੀ ਤੁਸੀਂ ਜੇ ਭਰੋਸਾ, ਤੁਹਾਨੂੰ ਕਿਸੇ 'ਤੇ ਵਿਸ਼ਵਾਸ ਹੁੰਦਾ ਤੁਸੀਂ ਉਹਦਾ ਪ੍ਰਗਟਾਵਾ ਕਿਵੇਂ ਕਰਦੇ ਹੋ। ਕਿਸੇ ਭਰੋਸੇਯੋਗ ਨਾਲ ਸਾਂਝਾ ਕਰੀਏ, ਕਿਸੇ ਦਾ ਭਰੋਸਾ ਨਾ ਗਵਾਈਏ। ਤਾਂ ਮਤਲਬ ਅਗਰ ਕੋਈ ਵਿਅਕਤੀ ਤੁਹਾਡੇ 'ਤੇ ਭਰੋਸਾ ਕਰਦੇ ਤਾਂ ਉਹਦਾ ਭਰੋਸਾ ਨਾ ਤੋੜੀਏ। ਤਾਂ ਇਹਨਾਂ ਗੱਲਾਂ ਦਾ ਵੀ ਤੁਸੀਂ ਕੀ ਹੈਗਾ ਧਿਆਨ ਰੱਖਣਾ ਗਾ। ਆਸ਼ਾਵਾਦੀ, ਤਾਂ ਤੁਸੀਂ ਆਪਣੀ ਆਸ ਦਾ ਜਾਂ ਆਸ਼ਾਵਾਦ ਹੋਣ ਦਾ ਪ੍ਰਗਟਾਵਾ ਕਿਵੇਂ ਕਰਦੇ ਹੋ। ਠੀਕ ਹੈ, ਉਹ ਤੁਸੀਂ ਇਸ ਕਾਲਮ ਦੇ ਵਿੱਚ ਲਿਖਣਾ ਗਾ। ਅਤੇ ਨਾਲ ਹੀ ਧਿਆਨ ਰੱਖਣਾ ਗਾ ਅਗਾਂਹਵਧੂ ਸਕਾਰਾਤਮਕ ਸੋਚ ਰੱਖੀਏ। ਠੀਕ ਹੈ, ਪੋਜ਼ੀਟਿਵ ਸੋਚ ਰੱਖੀਏ, ਹਰੇਕ ਹਾਲਤ ਵਿੱਚ ਕੁਝ ਚੰਗਾ ਉਸਾਰੂ ਸੋਚੀਏ। ਤਾਂ ਹਮੇਸ਼ਾ ਕੀ ਹੈਗਾ ਚੰਗਾ ਸੋਚਣਾ ਗਾ। ਨੈਕਸਟ ਲਾਸਟ ਕਾਲਮ ਦੇ ਵਿੱਚ ਤੁਹਾਨੂੰ ਦਿੱਤਾ ਗਾ ਪਿਆਰ, ਹਮਦਰਦੀ, ਸ਼ੁਕਰਗੁਜ਼ਾਰੀ। ਠੀਕ ਹੈ, ਤਾਂ ਇਹਨਾਂ ਸਾਰੀਆਂ ਭਾਵਨਾਵਾਂ ਨੂੰ ਤੁਸੀਂ ਕਿਵੇਂ ਪ੍ਰਗਟਾਵਾ ਕਰਦੇ ਹੋ ਅਤੇ ਧਿਆਨ ਰੱਖਣਾ ਗਾ ਅਜਿਹਾ ਕੋਈ ਕੰਮ ਨਾ ਕਰੇ ਜਿਸ ਨਾਲ ਕਿਸੇ ਨੂੰ ਵੀ ਠੇਸ ਪਹੁੰਚੇ। ਠੀਕ ਹੈ, ਦੂਜਿਆਂ ਦੀ ਬਿਹਤਰੀ ਬਾਰੇ ਸੋਚ ਕੇ ਆਪਣੀ ਸਮਰੱਥਾ ਅਨੁਸਾਰ ਕਦਮ ਚੁੱਕੀਏ ਤਾਂ ਦੂਜੇ ਦੀ ਵੀ ਵੱਧ ਤੋਂ ਵੱਧ ਸਹਿਯੋਗ ਕਰ ਸਕਦੇ ਹੋ। ਜੇ ਤੁਹਾਡਾ ਕੋਈ ਸਹਿਯੋਗ ਕਰਦਾ ਹੈ ਤਾਂ ਉਹਦਾ ਧੰਨਵਾਦ ਕਰਨਾ ਕਦੇ ਨਾ ਭੁੱਲੀਏ।